सियासत वपार खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर 1 न्यूज़ ऐप दैनिक सवेरा टाइम्स। कोविड-19 यानी कि कोरोना वायरस के फैलाव ਨੂੰ देख के जिथे एक पासे पूरे भारत देश ਦੇ ਵਿੱਚ लॉकडाउन किया गया उत्थे ही दूजे पासे पंजाब ਦੇ ਵਿੱਚ ਕਰਫਿਊ ਦਾ ਮਾਹੌਲ ਹੈ ਜਿਸ ਦੇ ਵਿੱਚ ਹੁਣ ਕਿਤੇ ਨਾ ਕਿਤੇ ਰਿਲੈਕਸੇਸ਼ਨਸ ਦੇਖਣ ਨੂੰ ਮਿਲ ਰਹੀਆਂ ਨੇ। ਪਰ ਜੇਕਰ ਗੱਲ ਕਰੀਏ ਜਿਹੜਾ 1.5 ਮਹੀਨੇ ਤੋਂ ਜ਼ਿਆਦਾ ਦਾ ਟਾਈਮ ਹੋ ਚੁੱਕਿਆ ਇਸ ਲੌਕਡਾਊਨ ਨੂੰ ਜਾਂ ਇਸ ਕਰਫਿਊ ਨੂੰ ਲੱਗਿਆ ਉਸ ਦੇ ਵਿੱਚ ਬਹੁਤ ਸਾਰੇ ਉਦਯੋਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਾਫੀ ਨੁਕਸਾਨ ਝੇਲਣਾ ਪਿਆ ਤੇ ਇਹਨਾਂ ਜੋ ਇੱਕ ਉਦਯੋਗ ਹੈ ਆਟੋਮੋਬਾਈਲ ਉਦਯੋਗ ਯਾਨੀ ਕਿ ਜਿਹੜੇ ਕਾਰਾਂ ਨੂੰ ਸੈਲ ਕਰਦੇ ਨੇ ਉਹ ਉਦਯੋਗ ਇੱਕ ਅਜਿਹਾ ਉਦਯੋਗ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਮਾਰਚ ਦਾ ਫਾਈਨੈਂਸ਼ੀਅਲ ਈਅਰ ਐਂਡ ਹੁੰਦਾ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਾਰ ਦੀ ਵਿਕਰੀ ਹੈ ਉਹ ਵੱਧ ਜਾਂਦੀ ਹੈ ਤੇ ਇਸੇ ਬਾਰੇ 'ਚ ਹੁਣ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਮਿਸਟਰ ਗੁਪਤਾ ਜੋ ਕਿ ਪ੍ਰਾਊਡ ਓਨਰ ਨੇ ਕੈਸਲ ਟੋਇਟਾ ਦੇ ਤੇ ਇਹਨਾਂ ਦੇ ਲਗਭਗ 6 ਸ਼ੋਰੂਮ ਨੇ ਪੂਰੇ ਪੰਜਾਬ ਦੇ ਵਿੱਚ। ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦਾ ਜਿਹੜਾ ਨੁਕਸਾਨ ਹੈ ਇਹਨਾਂ ਨੂੰ ਇਸ ਲੌਕਡਾਊਨ ਦੇ ਵਿੱਚ ਝੇਲਣਾ ਪਿਆ। ਗੁਪਤਾ ਜੀ ਕਿਸ ਤਰੀਕੇ ਜੇ ਆਪਾਂ ਗੱਲ ਕਰੀਏ ਫਾਈਨੈਂਸ਼ੀਅਲ ਈਅਰ ਜਦੋਂ ਐਂਡ ਹੁੰਦਾ ਹੈ ਤੇ ਉਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੀ ਪਰਚੇਜ਼ਿੰਗ ਕਰਦੇ ਨੇ ਪਰ ਇਸ ਵਾਰੀ ਐਂਡ ਦੇ ਉੱਤੇ ਆ ਕੇ ਜਿਹੜਾ ਹੈ ਲੌਕਡਾਊਨ ਹੋ ਗਿਆ ਸੀ ਤੇ ਤੁਹਾਨੂੰ ਕਿਸ ਤਰੀਕੇ ਦਾ ਜਿਹੜਾ ਨੁਕਸਾਨ ਉਹ ਝੇਲਣਾ ਪਿਆ? ਐਕਚੁਅਲੀ ਜਿਹੜੀ ਸਾਡੀ ਟ੍ਰੇਡ ਹੈ ਰਿਟੇਲਿੰਗ ਦੀ ਇਹ ਦਸੰਬਰ 'ਚ ਹੀ ਕਾਫੀ ਅਫੈਕਟਡ ਹੋ ਗਈ ਸੀ ਜਦੋਂ ਕਿ ਸਾਡੀ ਸਰਕਾਰ ਨੇ BS6 ਤੋਂ ਚੇਂਜ ਓਵਰ ਕਰਤਾ ਸੀ BS4 ਜਿੰਨੀਆਂ ਵੀ ਕਾਰਾਂ ਅੱਗੇ ਬਣ ਰਹੀਆਂ ਸਨ ਉਹ BS4 ਬਣ ਰਹੀਆਂ ਸਨ ਅਤੇ ਸਰਕਾਰ ਨੇ ਕਿਹਾ ਵੀ ਜੇ 31 ਮਾਰਚ ਤੋਂ ਪਹਿਲੇ ਜਿਹੜੀਆਂ ਵੀ ਗੱਡੀਆਂ BS4 ਉਹੋ ਹੀ ਰਜਿਸਟਰ ਹੋ ਸਕਣਗੀਆਂ ਉਹਦੇ ਬਾਅਦ ਨਹੀਂ ਹੋਣਗੀਆਂ। ਅਤੇ ਸਾਰੀ ਕੰਪਨੀਆਂ 'ਤੇ ਇਹ ਪ੍ਰੈਸ਼ਰ ਪੈ ਗਿਆ ਕਿ ਉਹ ਇਮੀਡੀਏਟਲੀ ਫਰੋਮ BS4 ਉਹਨੂੰ ਚੇਂਜ ਕਰਨ BS6 ਅਤੇ ਉਹ ਜਨਵਰੀ 'ਚ ਵੀ ਕੁਛ ਸਾਨੂੰ ਮਾਲ ਨਹੀਂ ਆਇਆ ਸਾਡੀ ਕੰਪਨੀ ਤੋਂ ਕਿਉਂਕਿ ਚੇਂਜ ਓਵਰ ਕਰਨਾ ਸੀ। ਦਸੰਬਰ ਤੱਕ ਤੇ ਉਹਨਾਂ ਨੇ ਉਹ ਸਾਰੀਆਂ BS4 ਹੀ ਬਣਾਈਆਂ। ਫਿਰ ਫਰਵਰੀ 'ਚ ਬੜੀ ਲਿਮਿਟਿਡ ਕੁਆਂਟਿਟੀ ਆਈ ਅਤੇ ਅਸੀਂ ਬੜੇ ਸ਼ੌਕ ਨਾਲ ਲੱਗੇ ਹੋਏ ਸਾਂ ਕਿ ਮਾਰਚ 'ਚ ਕਾਫੀ ਮੇਕਅਪ ਕਰ ਲਾਂਗੇ। ਉਹ ਫਾਈਨੈਂਸ਼ੀਅਲ ਈਅਰ ਦਾ ਲਾਸਟ ਮੰਥ ਵੀ ਹੁੰਦਾ ਹੈ ਸਾਰਾ ਸਾਲ ਦੇ ਹੀ ਅਸੀਂ ਜਿਹੜਾ ਕਲੋਜ਼ਿੰਗ ਕਰਦੇ ਹਾਂ ਫਾਈਨੈਂਸ਼ੀਅਲ ਈਅਰ ਉਹ ਮਾਰਚ 'ਚ ਕਰਦੇ ਹਾਂ ਅਤੇ ਉਹ ਅਨਫੋਰਚੂਨੇਟਲੀ ਉਹ ਚੱਲ ਹੀ ਰਿਹਾ ਸੀ। ਅੱਛੀ ਸੇਲ ਦਾ ਅਸੀਂ ਐਕਸਪੈਕਟ ਕਰ ਰਹੇ ਸੀ ਔਰ BS6 ਵੀ ਪੂਰੀ ਤਰ੍ਹਾਂ ਇੰਡਕਟ ਹੋ ਗਿਆ ਸੀ ਪ੍ਰੋਡਕਸ਼ਨ 'ਚ ਵੀ। ਤਾਂ ਉਹਦੇ ਜਿਹੜਾ 20 ਤਰੀਕ ਨੂੰ ਫਿਰ ਲੋਕਡਾਊਨ ਹੋ ਗਿਆ ਤਾਂ ਅੱਜ ਤੱਕ ਸਾਡੀ ਇੱਕ ਕਾਰ ਵੀ ਸੇਲ ਨਹੀਂ ਹੋਈ। ਹੁਣ ਗਵਰਨਮੈਂਟ ਨੂੰ ਅਸੀਂ ਅਪਲਾਈ ਕੀਤਾ ਹੈ ਉਹਨਾਂ ਨੇ ਪਾਰਟਲੀ ਅਲਾਓ ਕੀਤਾ ਕਿ ਤੁਸੀਂ ਸਰਵਿਸ ਕਰ ਸਕਦੇ ਹੋ ਸ਼ੋਅਰੂਮ ਨਹੀਂ ਖੋਲ੍ਹਣਾ। ਤਾਂ ਸਰਵਿਸ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਕੰਡੀਸ਼ਨਸ ਹਨ ਜਿਹੜੀਆਂ ਕਿ ਸਾਡੇ 'ਤੇ ਲਾਗੂ ਨੇ ਕਿ 30% ਤੋਂ ਵੱਧ ਲੇਬਰ ਨਹੀਂ ਆ ਸਕਦੀ। ਫਿਰ ਸਿਰਫ ਇਹੀ ਨਹੀਂ ਵੀ ਲੇਬਰ ਨਹੀਂ ਆ ਸਕਦੀ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਸੇਫਟੀ ਪ੍ਰੋਵਾਈਡ ਕਰਨੀ ਹੈ ਤਾਂ ਕਿ ਕਰੋਨਾ ਦਾ ਅਸਰ ਉਹਨਾਂ 'ਤੇ ਨਾ ਹੋਵੇ। ਦੂਸਰੇ ਜਿਹੜੇ ਸਾਡੇ ਕਸਟਮਰ ਆਉਣਗੇ ਉਹਨਾਂ ਦੀਆਂ ਕਾਰਾਂ ਜਾਂ ਉਹਨਾਂ ਦੇ ਡਰਾਈਵਰ ਨੂੰ ਥੋਰੋਲੀ ਅਸੀਂ ਸੈਨੀਟਾਈਜ਼ ਕਰਨਾ ਤਾਂ ਹੀ ਅੰਦਰ ਲੈ ਜਾ ਸਕਦੇ ਹਾਂ। ਆਪਣੇ ਬੰਦਿਆਂ ਨੂੰ ਵੀ ਅਸੀਂ ਪ੍ਰੋਪਰ ਕੰਟਰੋਲ 'ਚ ਰੱਖਣਾ ਤਾਂ ਕਿ ਉਹ ਪ੍ਰੋਪਰਲੀ ਮੇਨਟੇਨ ਹੋ ਸਕਣ ਸੈਨੀਟਾਈਜ਼ ਹੋ ਜਾਣ ਉਹਨਾਂ ਨੂੰ ਵੀ ਕੋਈ ਇਫੈਕਟ ਨਾ ਹੋਵੇ। ਜੇ ਬਾਈ ਚਾਂਸ ਕੋਈ ਕੇਸ ਸਾਡੇ ਸ਼ੋਅਰੂਮ 'ਚ ਹੋ ਗਿਆ ਤਾਂ ਸਾਡਾ ਸ਼ੋਅਰੂਮ ਹੀ ਸੀਲ ਕਰ ਦੇਣਾ ਉਹਨਾਂ ਨੇ। ਇਸ ਕਰਕੇ ਸਾਰੀਆਂ ਪਹਿਲੇ ਸਾਨੂੰ ਅਰੇਂਜਮੈਂਟਸ ਕਰਨੇ ਪੈ ਰਹੇ ਅਤੇ ਹੁਣ ਕੱਲ੍ਹ ਤੋਂ ਅਸੀਂ ਸ਼ੁਰੂ ਕਰਾਂਗੇ ਪਬਲਿਕ ਦੀ ਸਰਵਿਸਿੰਗ ਦਾ। ਅਸੀਂ ਅਰੇਂਜਮੈਂਟ ਕੀਤਾ ਹੈ ਕਿ ਪਿਕਅਪ ਔਰ ਡਰੋਪ ਵੀ ਕਰ ਦਈਏ। ਅਸੀਂ ਅਰੇਂਜਮੈਂਟ ਆਪਣੇ 30% ਲੋਕਾਂ ਨਾਲ ਜਿੰਨੀ ਕੁ ਸਰਵਿਸ ਕਰ ਸਕਦੇ ਹਾਂ ਉਨੇ ਇੱਕ ਸਰਵਿਸ ਵਾਲਿਆਂ ਨੂੰ ਅਸੀਂ ਅਪੁਆਇੰਟਮੈਂਟ ਦੇ ਰਹੇ ਹਾਂ ਜਿਹੜੇ ਨੂੰ ਵੀ ਅਸੀਂ ਪੁੱਛ ਰਹੇ ਹਾਂ ਵੀ ਤੁਸੀਂ ਜਿਨ੍ਹਾਂ ਨੂੰ ਅਪੁਆਇੰਟਮੈਂਟ ਦਈਏ ਉਹੀ ਬੁਲਾਵਾਂਗੇ ਤਾਂ ਕਿ ਅਸੀਂ ਉਹਨਾਂ ਨੂੰ ਮੈਨੇਜ ਕਰ ਸਕੀਏ। ਜੇਕਰ ਅਸੀਂ ਸਰ ਗੱਲ ਕਰੀਏ ਕਿ ਜੇ ਇੱਕ ਫਿਗਰ ਲਗਾਉਣ ਦੀ ਆਪਾਂ ਕੋਸ਼ਿਸ਼ ਕਰੀਏ ਇੱਕ ਅਮਾਊਂਟ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਇਸ ਲੋਕਡਾਊਨ ਦੇ ਵਿੱਚ ਬੀਇੰਗ
ਐਨ ਓਨਰ ਆਫ 6 ਸ਼ੋਰੂਮਸ, ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਜਿਹੜਾ ਨੁਕਸਾਨ ਹੈ ਉਹ ਕਿੰਨਾ ਕੁ ਤੁਸੀਂ ਇਸ ਲੋਕਡਾਊਨ ਦੇ ਦੌਰਾਨ ਝੇਲਿਆ? ਇਸ ਤਰ੍ਹਾਂ ਹੈ ਕਿ ਕਾਰ ਦੀ ਸੇਲ ਤਾਂ ਕੋਈ ਹੋਈ ਨਹੀਂ, ਔਰ ਸਰਵਿਸ ਔਰ ਬੋਡੀ ਸ਼ਾਪ ਇੰਸ਼ੋਰੈਂਸ ਕੁਛ ਵੀ ਨਹੀਂ ਹੋਇਆ। ਇਸ ਕਰਕੇ ਸਾਡੀ ਰਿਕਵਰੀ ਤਾਂ ਜ਼ੀਰੋ ਹੈ, ਪਰ ਸਟਨ ਕਾਸਟ ਤਾਂ ਪੈ ਹੀ ਰਹੀਆਂ ਜੀ। ਕਾਰਾਂ ਦੀ ਸੇਲ ਵੀ ਨਹੀਂ ਹੋਈ, ਅਤੇ ਮੈਂ ਸਮਝਦਾ ਕਿ ਇਹ 2 ਮਹੀਨਿਆਂ 'ਚ ਤਕਰੀਬਨ ਸਾਡੀ ਕੰਪਨੀ ਨੇ 3 ਕਰੋੜ ਦਾ ਲਾਸ ਹੋਇਆ। ਜੇ ਅਗਰ ਇਹ ਅਸੀਂ ਨੋਰਮਲੀ ਚੱਲਦੇ ਤਾਂ ਸਾਡੇ ਯੂਨਿਟਸ ਨੇ ਤਕਰੀਬਨ 3 ਕਰੋੜ ਰੁਪਇਆ ਹੋਰ ਕਮਾ ਲੈਣਾ ਸੀ, ਜਿਹੜਾ ਕਿ ਹੁਣ ਇਸ ਵੇਲੇ 1 ਕਰੋੜ ਰੁਪਏ ਦਾ ਖਰਚਾ ਪੈ ਗਿਆ, ਕਮਾਈ ਕੋਈ ਨਹੀਂ। ਕਿਉਂਕਿ ਅਸੀਂ ਫੁੱਲ ਸੈਲਰੀ ਮਾਰਚ 'ਚ ਦਿੱਤੀ, 50% ਸੈਲਰੀ ਅਸੀਂ ਅਪ੍ਰੈਲ ਦੀ ਦਿੱਤੀ, ਅਤੇ ਮਈ ਦੇ ਵਿੱਚ ਵੀ ਤੁਸੀਂ ਸਮਝੋ ਕਿ 5-7 ਦਿਨ ਕੰਮ ਹੋਏ ਵੀ, ਅਤੇ ਹਾਰਡਲੀ ਬਹੁਤ ਜ਼ਿਆਦਾ ਰਿਕਵਰੀ ਨਹੀਂ ਹੋ ਸਕਦੀ। ਕਿਉਂਕਿ ਪਹਿਲੇ ਤਾਂ ਸਾਨੂੰ ਤਿਆਰੀ ਕਰਨੀ ਪਈ ਹੈ ਵੀ ਕਰੋਨਾ ਦਾ ਕਿਤੇ ਇਫੈਕਟ ਨਾ ਹੋ ਜਾਏ, ਔਰ ਸਾਰਿਆਂ ਨੂੰ ਅਸੀਂ ਪ੍ਰੋਸੈਸ ਕਰਨਾ। ਸਾਡੀ ਕੰਪਨੀ ਬੜੀ ਇਸ ਮਾਮਲੇ 'ਚ ਸਖਤ ਹੈ ਕਿ ਅਨਲੈਸ ਤੁਸੀਂ ਇਹ ਸਾਰਾ ਪ੍ਰੋਟੈਕਸ਼ਨ ਇਕਵਿਪਮੈਂਟ ਵਗੈਰਾ ਆਪਣੇ ਬੰਦਿਆਂ ਨੂੰ ਜਾਂ ਆਉਣ ਵਾਲਿਆਂ ਨੂੰ ਸੈਨੀਟਾਈਜ਼ ਨਹੀਂ ਕਰਦੇ, ਉਦੋਂ ਤੱਕ ਤੁਸੀਂ ਇਸ ਨੂੰ ਸ਼ੁਰੂ ਨਹੀਂ ਕਰ ਸਕਦੇ। ਸੋ ਅਸੀਂ ਇਹ ਸਾਰੇ ਅਰੇਂਜਮੈਂਟਸ ਕੀਤੇ ਨੇ, ਅਤੇ ਇਸ ਵੇਲੇ ਮੰਡੇ ਤੋਂ ਅੰਮ੍ਰਿਤਸਰ ਸ਼ੁਰੂ ਹੋ ਰਿਹਾ, ਜਲੰਧਰ ਦੇ ਦੋਨੋਂ ਯੂਨਿਟਸ ਅਸੀਂ ਸ਼ੁਰੂ ਕਰ ਰਹੇ ਹਾਂ, ਅਤੇ ਜੇ ਤਰਨ ਤਾਰਨ ਤੋਂ ਸਾਨੂੰ ਨਹੀਂ ਮਿਲੀ, ਨਵਾਂ ਸ਼ਹਿਰ ਵੀ ਨਹੀਂ ਮਿਲੀ, ਹੁਸ਼ਿਆਰਪੁਰ ਵੀ ਕੋਸ਼ਿਸ਼ ਕਰ ਰਹੇ ਹਾਂ, ਜੇ ਮਿਲਿਆ ਨਹੀਂ ਹੈ, ਪਰ ਹੋ ਜਾਏਗਾ 1-ਅੱਧੇ ਦਿਨ 'ਚ। ਹੁਣ ਸਰਕਾਰ ਵੀ ਯਕੀਨ ਹੈ ਕਿ ਕੰਮ ਸ਼ੁਰੂ ਹੋਵੇ, ਕਿਉਂਕਿ ਇੰਡਸਟਰੀ ਬਿਲਕੁਲ ਹੀ ਇਕੋਨਮੀ ਜਿਹੜੀ ਹੈ ਉਹ ਨਾ ਚੱਲੇਗੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਅਤੇ ਸਰ ਜੇਕਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਇਕੋਨਮੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਡਗਮਗਾਈ ਜਾਂ ਉਸ ਦੇ ਵਿੱਚ ਘਾਟਾ ਜ਼ਰੂਰ ਸਾਰਿਆਂ ਨੂੰ ਦੇਖਣ ਨੂੰ ਮਿਲਿਆ, ਪਰ ਜੇਕਰ ਆਪਾਂ ਗੱਲ ਕਰੀਏ ਜਦੋਂ ਲੋਕਡਾਊਨ ਖਤਮ ਵੀ ਹੋਏਗਾ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਾਰ ਸੈਲਿੰਗ ਦਾ ਜਿਹੜਾ ਪ੍ਰੋਸੈਸ ਹੈ ਜਾਂ ਜਿਹੜੇ ਲੋਕ ਖਰੀਦਦਾਰ ਹੋਣਗੇ ਨਾ ਕਾਰਾਂ ਦੇ, ਤੁਹਾਨੂੰ ਕੀ ਲੱਗਦਾ ਉਹ ਕਦੋਂ ਤੱਕ ਜਿਹੜੇ ਨੇ ਇਸ ਲਾਈਨ 'ਤੇ ਆ ਜਾਣਗੇ ਕਿ ਜਿੱਦਾਂ ਤੁਹਾਡੀ ਰੈਗੂਲਰ ਸੇਲਸ ਹੁੰਦੀਆਂ ਸੀਗੀਆਂ, ਉਹ ਟਰੈਕ ਕਦੋਂ ਤੱਕ ਬਣ ਸਕਦਾ? ਗੱਲ ਇਹ ਹੈ ਕਿ ਇੰਡੀਆ 'ਚ ਅਜੇ ਵੀ ਕਾਰਾਂ ਇੱਕ ਲਗਜ਼ਰੀ ਗਿਣੀਆਂ ਜਾਂਦੀਆਂ, ਇੱਕ ਮੀਨਸ ਆਫ ਕਮਿਊਨੀਕੇਸ਼ਨ ਨਹੀਂ ਹੈ ਓਨਲੀ, ਅਤੇ ਇਹਦਾ ਇਫੈਕਟ ਸਾਡੇ 'ਤੇ ਜ਼ਰੂਰ ਪੈਣਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 2-3 ਮਹੀਨੇ ਲੱਗਣਗੇ ਸਾਨੂੰ ਬਿਫੋਰ ਵੀ ਕਸਟਮਰ ਕੰਫਰਟੇਬਲ ਹੋਏਗਾ। ਜੇ ਕਿਸੇ ਨੇ ਨਵੀਂ ਕਾਰ ਲੈਣੀ ਹੈ ਅਤੇ ਉਹ ਪਹਿਲੇ ਤਾਂ ਆਪਣਾ ਹਿਸਾਬ ਕਿਤਾਬ ਆਪਣਾ ਸਾਰਾ ਸੰਭਾਲੇਗਾ। ਅਸੀਂ ਵੀ ਅੱਜ ਕੋਈ ਕੈਪੀਟਲ ਇਨਵੈਸਟਮੈਂਟ ਕਰਨੀ ਹੋਵੇ ਤਾਂ 10 ਵਾਰੀ ਸੋਚਾਂਗੇ। ਤਾਂ ਇਸ ਕਰਕੇ ਸਾਡੀ ਇੰਡਸਟਰੀ 'ਤੇ ਪਹਿਲੇ 3-4 ਮਹੀਨੇ ਤਾਂ ਜ਼ਰੂਰ ਇਫੈਕਟ ਰਹਿਣਾ, ਫਿਰ ਹੌਲੀ ਹੌਲੀ ਨੋਰਮਲਾਈਜ਼ ਹੋ ਜਾਂਦਾ। ਹਰ ਇੱਕ ਆਦਮੀ ਆਪਣੇ ਆਪ ਨੂੰ ਐਡਜਸਟ ਕਰ ਲੈਂਦਾ ਜੋ ਵੀ ਹੈ, ਪਰ ਇਹਦਾ ਇਫੈਕਟ ਮੈਂ ਸਮਝਦਾ ਕਿ 30 ਤੋਂ 40% ਜ਼ਰੂਰ ਰਹੇਗਾ ਅਗਲੇ 3-4 ਮਹੀਨਿਆਂ 'ਚ। ਅਤੇ ਸਰ ਬਹੁਤ ਸਾਰੀ ਜਿਹੜੀ ਹੈ ਜਿਹੜੇ ਮਜ਼ਦੂਰ ਨੇ ਜਿਹੜੇ ਇੱਥੇ ਦੇ ਨਹੀਂ ਸੀ, ਪ੍ਰਵਾਸੀ ਮਜ਼ਦੂਰ ਸੀਗੇ, ਰਾਈਟ? ਤੁਹਾਡੇ ਵੀ ਸ਼ੋਰੂਮ ਦੇ ਵਿੱਚ ਹੋਣਗੇ ਜਿਹੜੇ ਕੁਛ ਲੋਕ ਇੱਥੇ ਦੇ ਨਹੀਂ ਸੀਗੇ, ਪਰ ਤੁਹਾਡੇ ਸ਼ੋਰੂਮ ਦੇ ਵਿੱਚ ਨੌਕਰੀਆਂ ਜਿਹੜੇ ਨੇ ਉਹ ਕਰ ਰਹੇ ਸਨ। ਉਹਨਾਂ 'ਚੋਂ ਬਹੁਤ ਸਾਰੇ ਲੋਕ ਜਿਹੜੇ ਇਸ ਵੇਲੇ ਵਾਪਸੀ ਦੀ ਤਿਆਰੀ ਕਰ ਰਹੇ ਨੇ ਜਿੱਥੋਂ ਉਹ ਆਏ ਸਨ, ਅਤੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਤੁਹਾਨੂੰ ਲੱਗਦਾ ਕਿ ਉਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਇਫੈਕਟ ਕਰੇਗੀ? ਨਹੀਂ, ਸਾਡੀ ਐਕਚੁਅਲੀ ਸਾਡੇ ਸ਼ੋਅਰੂਮ ਦੇ ਜਿੰਨੇ ਵੀ ਲੋਕਲ ਟੈਕਨੀਸ਼ੀਅਨਸ ਹੈਗੇ ਆ, ਉਹ ਇਹੋ ਜਿਹੀ ਲੇਬਰ ਨਹੀਂ ਹੈ ਜਿਹੜੇ ਕਿ ਬਾਹਰ ਜਾਣ ਜਾਂ ਵਾਪਸ ਜਾਣ। ਸੈਕਿੰਡਲੀ ਅਸੀਂ ਉਹਨਾਂ ਨੂੰ ਮੇਨਟੇਨ ਕਰ ਰਹੇ ਹਾਂ। ਉਹਨਾਂ ਦਾ ਮੈਂ ਸਮਝਦਾ ਕਿ 50% ਕੀ 40% ਦਾ ਖਰਚਾ ਹੈ ਖਾਣ ਪੀਣ ਦਾ, ਅਸੀਂ ਉਹਨਾਂ ਨੂੰ 50% ਇਸ ਮਹੀਨੇ ਦਿੱਤਾ ਹੈ। ਅਤੇ ਜੇ ਮਈ ਦੇ ਵਿੱਚ ਵੀ ਇਹੀ ਹਾਲਾਤ ਚੱਲਦੇ ਰਹੇ ਤਾਂ ਅਸੀਂ ਫਿਰ ਵੀ ਉਹਨਾਂ ਨੂੰ ਲੁੱਕ ਆਫਟਰ ਕਰਾਂਗੇ। ਉਹ ਮੇਨਟੇਨ ਤਾਂ ਕਰ ਸਕਦੇ ਹੈ, ਔਰ ਉਹ ਚੂँਕਿ ਸਾਡੇ ਨਾਲ ਜੁੜੇ ਹੋਏ ਹੈ, ਔਰ ਸਾਡੀ ਕੰਪਨੀ 'ਚ ਇੱਕ ਮੈਂ ਸਮਝਦਾ ਵੀ ਜਿਹੜਾ ਸਾਨੂੰ ਜੁਆਇਨ ਕਰ ਲੈ, ਸਾਡੇ ਛੇਤੀ ਕਿਤੇ ਬੰਦੇ ਛੱਡ ਕੇ ਨਹੀਂ ਜਾਂਦੇ, ਅਤੇ ਸਾਰੇ ਪੁਰਾਣੇ ਬੰਦੇ ਹੈ, ਐਕਸਪੀਰੀਅੰਸਡ ਹੈ, ਟ੍ਰੇਨਡ ਹੈ, ਥੋਰੋਲੀ ਉਹਨਾਂ 'ਚ ਮਤਲਬ ਵੀ ਕੁਆਲਿਟੀਜ਼
ਇਸ ਕਰਕੇ ਅਸੀਂ ਵੀ ਰਿਟੇਨ ਕਰਨਾ ਚਾਹੁੰਦੇ ਹਾਂ ਔਰ ਉਹ ਵੀ ਸਾਡੇ ਨਾਲ ਜੁੜੇ ਹੋਏ ਹੈ, ਬੜੇ ਕੀਨ ਨੇ ਵੀ ਛੇਤੀ ਕੰਮ ਸ਼ੁਰੂ ਹੋਵੇ। ਤੇ ਹਾਲਾਂਕਿ ਘਰ ਬੈਠੇ ਤਨਖਾਹ ਮਿਲ ਰਹੀ ਹੈ, ਪਰ ਉਹ ਕੀਨ ਨੇ ਵੀ ਅਸੀਂ ਕੰਮ ਕਰੀਏ ਤੇ ਕੁਛ ਕੰਪਨੀ ਲਈ ਅਰਨ ਕਰਕੇ ਦੇਈਏ, ਫੇਰ ਲਈਏ ਤੇ ਜ਼ਿਆਦਾ ਮਜ਼ਾ ਹੈ। ਪਰ ਉਹ ਪ੍ਰੋਬਲਮ ਜਿਹੜੀ ਦੂਜਿਆਂ ਦੀ ਹੈਗੀ ਹੈ, ਲੁਧਿਆਣੇ 'ਚ ਮੇਰਾ ਖਿਆਲ 5 ਲੱਖ ਲੋਕ ਹੋਣਗੇ ਜਿਹੜੇ ਬਾਹਰੋਂ ਆ ਕੇ ਕੰਮ ਕਰਦੇ ਹੈ, ਜਲੰਧਰ 'ਚ ਵੀ ਹੋਣਗੇ 10-20-50 ਹਜ਼ਾਰ ਲੱਖ ਬੰਦਾ ਤੇ ਹੋਏਗਾ। ਇਹ ਸੀਰੀਅਸ ਪ੍ਰੋਬਲਮ ਹੈ, ਉਹਨਾਂ ਨੂੰ ਮੇਨਟੇਨ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਛੋਟੀ ਇੰਡਸਟਰੀ ਜਿਸ ਤਰ੍ਹਾਂ ਤੁਹਾਡਾ ਡੇਲੀ ਵੇਜਸ ਮਿਲਦੇ ਹੈ ਨਾ, ਛੋਟੀ ਇੰਡਸਟਰੀ 'ਚ ਵੀ ਰੋਜ਼ ਕਮਾਓ ਤੇ ਰੋਜ਼ ਖਰਚਣ ਵਾਲੀ ਗੱਲ ਹੈ। ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੁੰਦੇ ਕਿ ਉਹ ਘਰ ਬੈਠਿਆਂ ਤੇ ਸੈਲਰੀਆਂ ਦੇ ਸਕਣ, ਤੇ ਕੰਮ ਚੱਲੇਗਾ ਤੇ ਸ਼ੁਰੂ ਹੋਏਗਾ। ਇਹ ਥੋੜ੍ਹੀ ਬਹੁਤੀ ਤਕਲੀਫ ਤਾਂ ਆਉਣੀ ਹੈ। ਜਿਹੜੇ ਚਲੇ ਗਏ ਹੈ ਉਹਨਾਂ ਦਾ ਵਾਪਸ ਆਉਣਾ ਮੁਸ਼ਕਿਲ ਹੈ, ਤੇ ਜਿਹਨਾਂ ਦੀ ਵੈਸੇ ਵੀ 30% 40% ਨਾਲ ਜੇ ਕੰਮ ਸ਼ੁਰੂ ਹੋਏਗਾ ਤੇ ਹੌਲੀ ਹੌਲੀ ਫਿਰ 2-3-4 ਮਹੀਨੇ ਲੱਗਣਗੇ, ਆ ਜਾਣਗੇ ਵਾਪਸ ਜਦੋਂ ਠੀਕ ਹੋਏਗਾ ਕੰਮ। ਪਰ ਛੋਟੀ ਇੰਡਸਟਰੀ 'ਤੇ ਇਫੈਕਟ ਬਹੁਤ ਜ਼ਿਆਦਾ ਹੈ। ਹਰ ਇੰਡਸਟਰੀ 'ਤੇ ਇਫੈਕਟ ਤਾਂ ਪੈਣਾ ਹੀ ਹੈ। ਦੇਖੋ ਜੀ, ਇਹ ਕਹੀਏ ਵੀ ਨਹੀਂ ਪਏਗਾ। ਹੁਣ ਜਿਹੜੇ ਮੇਰੇ ਐਕਸਪੋਰਟਰਸ ਹੈ, ਉਹਨਾਂ ਦੇ ਐਕਸਪੋਰਟਰਸ ਦੇ ਆਰਡਰਸ ਜੇ ਬਣੇ ਪਏ ਸੀ ਕੈਂਸਲ ਹੋ ਗਏ। ਅਮਰੀਕਾ ਤੋਂ ਆਰਡਰਸ ਹੈ, ਦੂਸਰੀ ਕੰਟਰੀਜ਼ ਤੋਂ ਆਰਡਰਸ ਹੈ, ਯੂਰਪ 'ਚ ਬੁਰਾ ਹਾਲ ਹੈ, ਅਮਰੀਕਨਸ ਦਾ ਬੁਰਾ ਹਾਲ ਹੈ, ਐਵਰੀਵੇਅਰ ਦਿਸ ਹੈਜ਼ ਸਪਰੈਡ। ਅਤੇ ਇਸ ਕਰਕੇ ਬਿਜ਼ਨਸ ਐਜ਼ ਏ ਹੋਲ ਵਿਲ ਬੀ ਵੈਰੀ ਸੀਰੀਅਸਲੀ ਅਫੈਕਟਡ। ਇਟ ਇਜ਼ ਨਾਟ ਈਜ਼ੀ। ਇਹ ਛੇਤੀ ਕਿਤੇ ਜਿਹੜੀ ਸਾਡੀ ਇਕੋਨਮੀ ਨੂੰ ਠੀਕ ਕਰਨਾ ਕੋਈ ਆਸਾਨ ਘੱਟ ਨਹੀਂ ਕੰਮ ਨਹੀਂ ਹੈ। ਇੰਡਸਟਰੀ ਵਾਸਤੇ ਤਾਂ ਔਖਾ ਟਾਈਮ ਰਹਿਣਾ ਹੀ ਹੈ। ਇਹ ਸਾਲ ਤਾਂ ਸਮਝੋ ਗਿਆ, ਇਹ ਸਾਲ ਸਮਝੋ ਦਸੰਬਰ ਤੱਕ ਵੀ ਜੇ ਸੰਭਲ ਜਾਣ ਤੇ ਬੜੀ ਵੱਡੀ ਗੱਲ ਹੈ। ਚਲੋ ਸਰ, ਇਹ ਤਾਂ ਸੀਗੀਆਂ ਉਦਯੋਗ ਦੀਆਂ ਗੱਲਾਂ, ਜੋ ਤੁਸੀਂ ਜੋ ਲੋਕਾਂ ਜੇ ਗੱਲ ਕਰੀਏ ਤੇ ਉਦਯੋਗਪਤੀਆਂ ਨੇ ਜਾਂ ਜਿਹੜੇ ਤੁਸੀਂ ਸਾਰੇ ਇੰਡਸਟਰੀਅਲਿਸਟ ਨੇ ਉਹਨਾਂ ਨੇ ਨੁਕਸਾਨ ਜਿਹੜਾ ਝੇਲਿਆ। ਪਰ ਜੇਕਰ ਹੁਣ ਗੱਲ ਕਰੀਏ ਨੋਰਮਲੀ ਜਦੋਂ ਹੁੰਦਾ ਹੈ ਕਿ ਆਪਾਂ ਉਦਯੋਗਪਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਫੈਮਲੀਜ਼ ਦੀ ਇੱਕ ਸ਼ਿਕਾਇਤ ਇਹ ਜ਼ਰੂਰ ਰਹਿੰਦੀ ਆ ਕਿ ਉਹਨਾਂ ਦੇ ਜਿਹੜੇ ਘਰ ਦੇ ਮੇਨ ਹੈਡ ਆਫ ਦ ਫੈਮਲੀ ਨੇ ਉਹ ਕੰਮਾਂ 'ਚ ਬਿਜ਼ੀ ਰਹਿੰਦੇ ਨੇ ਅਤੇ ਉਹਨਾਂ ਨੂੰ ਜਿਹੜਾ ਘਰਦਿਆਂ ਨਾਲ ਟਾਈਮ ਨਹੀਂ ਮਿਲ ਪਾਉਂਦਾ। ਪਰ ਹੁਣ ਜਦੋਂ ਦਾ ਲੋਕਡਾਊਨ ਹੋਇਆ, ਬਹੁਤ ਸਾਰੇ ਉਦਯੋਗਪਤੀ ਆਪਣੇ ਘਰਦਿਆਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਨੇ, ਉਹਨਾਂ ਦਾ ਘਰਦਿਆਂ ਨਾਲ ਆਪਣੇ ਬਹਿ ਕੇ ਹਰ ਗੱਲ ਨੂੰ ਸ਼ੇਅਰ ਕੀਤਾ, ਹਰ ਨਵੀਂ ਚੀਜ਼ ਨੂੰ ਐਕਸਪੀਰੀਅੰਸ ਵੀ ਕਰ ਰਹੇ ਨੇ ਕੁਝ ਕੁ। ਤੁਹਾਡਾ ਜਿਹੜਾ ਫੈਮਲੀ ਦਾ ਟਾਈਮ ਇਸ ਲੋਕਡਾਊਨ ਦੇ ਵਿੱਚ ਕਿੱਦਾਂ ਦਾ ਨਿਕਲ ਰਿਹਾ? ਬੜਾ ਔਖਾ ਲੱਗਦਾ ਹੈ। ਇਹ ਕਹਿਣਾ ਬੜਾ ਆਸਾਨ ਹੈ ਔਰ ਲੇਡੀਜ਼ ਦਾ ਕਹਿਣਾ ਵੀ ਆਸਾਨ ਹੈ, ਬੱਚਿਆਂ ਦਾ ਵੀ ਕਹਿਣਾ ਆਸਾਨ ਹੈ, ਪਰ ਇਸ ਟਾਈਮ ਦੇ ਵਿੱਚ ਇਹੀ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਸੋਚਦੇ ਹੋ ਵੀ ਬੈਸਟ ਕਿਸ ਤਰ੍ਹਾਂ ਯੂਟੀਲਾਈਜ਼ ਕਰ ਸਕਦੇ ਹਾਂ। ਜੇ ਅੱਜ ਕੱਲ੍ਹ ਫੈਮਲੀਆਂ ਛੋਟੀਆਂ ਛੋਟੀਆਂ ਹੀ ਹੋ ਗਈਆਂ। ਹੁਣ ਅਸੀਂ ਮੀਆਂ ਬੀਵੀ ਹੈ, ਨਾਲ 2 ਸਾਡੇ ਹੋਰ ਕੁੱਕ ਹੈਗੇ ਜਾਂ ਡਰਾਈਵਰ ਹੈ, ਉਹ ਫੋਰਚੂਨੇਟਲੀ ਇੱਥੇ ਹੀ ਰਹਿੰਦੇ ਹੈ, ਵਰਨਾ ਅਸੀਂ 2 ਹੀ ਸੀ। ਦੋਨੋਂ ਬੇਟੀਆਂ ਆਪਣੇ ਆਪਣੇ ਘਰ ਆਪਣੇ ਬੱਚਿਆਂ ਨਾਲ ਹੈ। ਸੋ ਜਿਹੜੀ ਤਾਂ ਮੀਡੀਅਮ ਕਲਾਸ ਤੋਂ ਉੱਪਰ ਹੈ ਉਹ ਹੁਣ ਜੁਆਇੰਟ ਫੈਮਲੀਜ਼ ਨਹੀਂ ਰਹੀਆਂ, ਅਤੇ ਥੋੜ੍ਹੇ ਲੋਕ ਹੀ ਹੈ। ਬਾਕੀ ਕੁਛ ਦਿਨ ਤਾਂ ਆਦਮੀ ਨੂੰ ਸੰਭਾਲ ਸਕਦਾ ਹੈ, ਪਰ ਜਿਸ ਵੇਲੇ ਇੰਨੇ ਦਿਨ ਹੋ ਜਾਣ ਫਿਰ ਉਹ ਕਿੰਨਾ ਕੁ TV ਦੇਖ ਲਾਂਗੇ। ਹਰ ਇੱਕ ਆਦਮੀ ਨੂੰ ਕਿਤਾਬਾਂ ਦਾ ਸ਼ੌਕ ਨਹੀਂ ਹੁੰਦਾ, ਹਰ ਇੱਕ ਆਦਮੀ ਨੂੰ ਕਈ ਉਹ ਕਹੋ ਲਓ ਜੀ ਇਹ ਕਰ ਲਓ, ਤੁਸੀਂ ਆਪਣਾ ਐਕਸਰਸਾਈਜ਼ ਕਰ ਲਓ, ਤੁਸੀਂ ਇਹ ਕਰ ਲਓ। ਹਰ ਇੱਕ ਆਦਮੀ ਯੂਜ਼ ਟੂ ਨਹੀਂ ਹੁੰਦਾ ਨਾ, ਅਤੇ ਇਸ ਕਰਕੇ ਮੁਸ਼ਕਿਲ ਹੀ ਹੈ। ਈਵਨ ਬੀਵੀਆਂ ਕੋਲ ਬੈਠ ਕੇ ਕਿੰਨਾ ਕੁ ਟਾਈਮ ਲਾ ਲਈਏ। ਸਾਡੇ ਵਰਗੇ ਜਿਹੜੇ ਇਸ ਉਮਰ ਦੇ ਹੈ ਤਾਂ ਉਹ ਹੋਰ ਵੀ ਮੁਸ਼ਕਿਲ ਹੈ। ਯੰਗਰ ਏਜ 'ਚ ਤਾਂ ਫਿਰ ਸ਼ਾਇਦ ਕੁਝ ਸੰਭਾਲ ਲੈ। ਅਤੇ ਸਰ, ਜੇ ਹੁਣ ਆਪਾਂ ਗੱਲ ਕਰੀਏ ਜਿੱਦਾਂ ਪੰਜਾਬ ਗਵਰਨਮੈਂਟ ਨੇ ਫੈਸਲਾ ਲਿਆ ਸੀਗਾ ਜਾਂ ਹੋਰ ਜਿਹੜੀ ਸੈਂਟਰ ਗਵਰਨਮੈਂਟ ਨੇ ਫੈਸਲਾ ਲਿਆ ਸ਼ਰਾਬ ਦੀ ਵਿਕਰੀ ਦਾ, ਠੀਕ ਹੈ ਜੀ, ਪੰਜਾਬ ਗਵਰਨਮੈਂਟ ਨੇ ਵੀ ਕਿਹਾ ਤਾਂ ਕਿ ਜਿਹੜੀ ਸ਼ਰਾਬ ਹੈ ਜਾਂ ਆਰਡਰਸ ਵੀ ਆ ਗਏ ਕਿ ਜਿਹੜੀ ਸ਼ਰਾਬ ਹੈ ਉਸਦੀ ਹੋਮ ਡਿਲੀਵਰੀ ਹੋਏਗੀ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਸ਼ਰਾਬ ਦੀ ਵਿਕਰੀ ਸ਼ੁਰੂ ਹੋਈ ਹੈ, ਇਹ ਜਿਹੜੀ ਹੁਣ ਦੀ ਸੁਸਾਇਟੀ ਹੈ ਉਸ 'ਤੇ ਕੀ ਅਸਰ ਪਾਏਗੀ? ਦੇਖੋ ਜੀ, ਗੱਲ ਇਹ ਹੈ ਕਿ ਅਸੀਂ ਜਿੰਨਾ ਮਰਜ਼ੀ ਉੱਥੇ TV 'ਤੇ ਲਿਖ ਦਈਏ ਵੀ ਸ਼ਰਾਬ ਸਿਹਤ ਲਈ ਠੀਕ ਨਹੀਂ,
ਸਿਗਰਟਸ ਹੈ, ਸਮੋਕਿੰਗ ਹੈ, ਅਸੀਂ ਰੋਜ਼ ਹਰ 5 ਮਿੰਟ ਬਾਅਦ ਆਉਂਦਾ ਹੈ। ਪਰ ਜਿਹੜੇ ਡਰਿੰਕ ਕਰਦੇ ਹੈ ਜਾਂ ਜਿਹੜੇ ਸਮੋਕਿੰਗ ਕਰਦੇ ਹੈ ਉਹ ਘਟਿਆ ਤਾਂ ਹੈ ਨਹੀਂ, ਜੇ ਵਧਿਆ ਨਹੀਂ ਤੇ ਘਟਿਆ ਵੀ ਨਹੀਂ। ਹਾਂ, ਇਹ ਜ਼ਰੂਰ ਹੈ ਕਿ ਹੁਣ ਪਬਲਿਕ ਪਲੇਸਿਸ 'ਤੇ ਤੁਹਾਨੂੰ ਦੂਸਰਿਆਂ ਨੂੰ ਨੁਕਸਾਨਦੇਹ ਨਾ ਹੋਵੇ, ਉਹ ਗਵਰਨਮੈਂਟ ਨੇ ਕੀਤਾ ਹੈ, ਉਹ ਅੱਛੀ ਗੱਲ ਹੈ। ਮੈਂ ਤਾਂ ਪਹਿਲੇ ਦਿਨ ਤੋਂ ਕਿਹਾ ਕਿ ਇਹਨਾਂ ਨੇ ਜਿਸ ਵੇਲੇ ਦੁਕਾਨਾਂ ਖੋਲ੍ਹੀਆਂ ਫਿਰ ਹਜ਼ਾਰਾਂ ਲੋਕ ਉੱਥੇ ਆ ਗਏ ਅਤੇ ਉਹ ਜਿਹੜਾ ਕੋਈ ਡਿਸਟੈਂਸਿੰਗ ਨਹੀਂ ਰੱਖ ਰਹੇ, ਕੋਈ ਉਹਦੇ 'ਚ ਉਹ ਕੇਅਰਫੁਲ ਨਹੀਂ ਹੈਗੇ। ਇਹਦੀ ਬਜਾਏ ਤਾਂ ਇਹ ਜਿਹੜੀ ਹੋਮ ਡਿਲੀਵਰੀ ਹੈ ਉਹ ਲਿਮਿਟ ਕਰ ਦੇਣ, ਬਈ 1 ਬੋਟਲ ਦਿਆਂਗੇ ਜਾਂ 2 ਬੋਟਲ ਦਿਆਂਗੇ। ਹੁਣ 90 ਹਜ਼ਾਰ ਦੀਆਂ ਇੱਕ ਬੰਦਾ ਖਰੀਦ ਕੇ ਜਾ ਰਿਹਾ ਅਤੇ ਉਹਨੇ ਤਾਂ ਬਿਜ਼ਨਸ ਹੀ ਬਣਾਉਣਾ ਹੈ ਨਾ। ਫਿਰ ਇਹਨਾਂ 'ਚ ਜਿਹੜੇ ਲੋਕ ਹਜ਼ਾਰਾਂ ਲੋਕ ਆਏ ਹੈ, ਇਹ 50% ਤਾਂ ਕੈਰੀਅਰਸ ਹੀ ਹੈ। ਉਹਨਾਂ ਨੇ ਜਾ ਕੇ ਅੱਗੇ 200-400 ਰੁਪਈਆ ਹੋਰ ਅੱਗੇ ਲੈ ਕੇ ਅਤੇ ਬੋਟਲ ਵੇਚ ਦੇਣੀ ਆ। ਤਾਂ ਇਹ ਹੋਮ ਡਿਲੀਵਰੀ ਇਜ਼ ਬੈਟਰ, ਔਨਲਾਈਨ ਦੇਣਾ ਚਾਹੀਦਾ ਤਾਂ ਕਿ ਦੋਨੋਂ ਚੀਜ਼ਾਂ ਦਾ ਕੰਟਰੋਲ ਕਰੋਨਾ ਦਾ ਵੀ ਹੋ ਜਾਏ, ਰਾਈਟ ਆਦਮੀ ਨੂੰ ਰਾਈਟ ਚੀਜ਼ ਪਹੁੰਚੇਗੀ, ਔਰ ਇੱਕ ਵਾਰੀ ਕਾਰ 'ਚ ਲੋਡ ਕਰਕੇ ਜਿਹੜੇ ਡਿਲੀਵਰੀ ਹੈ ਉਹ ਜਿਸ ਏਰੀਆ 'ਚ ਜਾਣਾ ਹੈ ਉੱਥੇ ਜਾ ਕੇ ਦੇ ਸਕਦਾ। ਜੇ ਮਾਲ ਟਾਊਨ 'ਚ 10-20 ਕਸਟਮਰ ਹੈਗੇ ਆ ਤਾਂ 10-20 ਕਸਟਮਰ ਮਾਲ ਟਾਊਨ 'ਚ ਦੇ ਸਰਵਿਸ ਕਰ ਸਕਦੇ ਆ। ਇਸੇ ਤਰ੍ਹਾਂ ਹੀ ਮਤਲਬ ਔਰਗਨਾਈਜ਼ ਬੈਟਰ ਹੋ ਸਕਦਾ ਐਂਡ ਵੀ ਕੈਨ ਅਵੋਇਡ ਦਿਸ ਪ੍ਰੋਬਲਮ, ਕਰੋਨਾ ਪ੍ਰੋਬਲਮ। ਸੋ ਸਰ ਜਿਹੜੇ ਵੀ ਤੁਸੀਂ ਗਵਰਨਮੈਂਟ ਨੂੰ ਜ਼ਰੂਰੀ ਵੀ ਹੈ, ਨਹੀਂ ਤਾਂ ਤਨਖਾਹਾਂ ਕਿੱਥੋਂ ਲੈਣਗੇ। ਮੇਰਾ ਖਿਆਲ ਹੈ ਸ਼ਰਾਬ ਤੋਂ ਸਭ ਤੋਂ ਅਰਲੀਐਸਟ ਪੈਸਾ ਆ ਸਕਦਾ ਔਰ ਇਹਨਾਂ ਨੂੰ ਤਨਖਾਹਾਂ ਚਾਹੀਦੀਆਂ ਸੀ ਅਤੇ ਇਸ ਕਰਕੇ ਕੀ ਕਰਨ, ਸ਼ਰਾਬ ਹੀ ਵੇਚ ਸਕਦੇ ਆ ਨਾ, ਇਹ ਤਾਂ ਵੇਚਣੀ ਪੈਣੀ ਹੈ। ਅਤੇ ਸਰ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਜਿਹੜੇ ਉਦਯੋਗਾਂ ਦੇ ਵਿੱਚ ਨੁਕਸਾਨ ਹੋਏ ਨੇ ਜਾਂ ਤੁਹਾਡੇ ਵੀ ਕਾਫੀ ਤੁਸੀਂ ਜਿਹੜੇ ਆਪਣੇ ਵਰਕਰਸ ਨੂੰ ਜਿਹੜਾ ਤੁਸੀਂ ਕਿਹਾ ਕਿ ਤੁਸੀਂ ਸਾਥ ਨਹੀਂ ਛੱਡਿਆ, ਉਹਨਾਂ ਨੂੰ ਤੁਸੀਂ ਪੇ ਕਰਦੇ ਰਹੋ ਵਿਦਆਊਟ ਸੈਲਿੰਗ ਐਨੀਥਿੰਗ, ਤੁਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਤੋਂ ਕੀ ਜੇ ਕੋਈ ਮੰਗ ਕਰਨਾ ਚਾਹੁੰਦੇ ਹੋ ਤਾਂ ਉਹ ਕੀ ਹੋਏਗੀ? ਦੇਖੋ ਜੀ, ਬਹੁਤ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਜਿਹੜੀਆਂ ਕਿ ਗਵਰਨਮੈਂਟ ਨੂੰ ਕਰਨੀਆਂ ਚਾਹੀਦੀਆਂ। ਇੱਕ ਤਾਂ ਜਿਹੜੀਆਂ ਫੈਕਟਰੀਆਂ ਜਾਂ ਜਿਹੜੇ ਸ਼ੋਰੂਮ ਹੈ, ਬਿਜਲੀ ਦੇ ਮਿਨੀਮਮ ਚਾਰਜਿਸ ਤਾਂ ਨਾ ਲਾਉਣ। ਜਦ ਸਾਡਾ ਕੰਮ ਹੀ ਕੋਈ ਨਹੀਂ ਹੋਇਆ ਅਤੇ ਉਹ ਕਨੈਕਸ਼ਨ ਫਰਜ਼ ਕਰੋ 200 ਕਿਲੋਵਾਟ ਦਾ ਅਤੇ 60-70 ਹਜ਼ਾਰ ਰੁਪਈਆ ਤਾਂ ਉਹਨਾਂ ਦਾ ਮਿਨੀਮਮ ਚਾਰਜ ਹੀ ਲੱਗ ਜਾਂਦਾ। ਤਾਂ ਜਿੰਨੀ ਦੇਰ ਇਹ ਨਹੀਂ ਚੱਲਦਾ ਕੰਮ, ਉਹਨੂੰ ਦੇਰ ਤਾਂ ਮਿਨੀਮਮ ਚਾਰਜ ਨਹੀਂ ਲੈਣੇ ਚਾਹੀਦੇ ਪਾਵਰ ਵਾਲਿਆਂ ਨੂੰ। ਦੂਸਰਾ, ਬਹੁਤ ਸਾਰੀਆਂ ਚੀਜ਼ਾਂ ਕਰਪਸ਼ਨ ਬੇਸਡ ਬਹੁਤ ਹੈ, ਉਹ ਕਮ ਅਜ਼ ਕਮ ਇੰਡਸਟਰੀ ਨੂੰ ਚਲਾਉਣ ਵਾਸਤੇ ਥੋੜ੍ਹਾ ਜਿਹਾ ਹੈਲਪ ਕਰ ਦੇਣ। ਜਿਹੜੇ ਹੁਣ ਜਿਸ ਤਰ੍ਹਾਂ ਬਹੁਤ ਸਾਰੇ ਗੌਰਮੈਂਟ ਡਿਊਜ਼ ਹੈ, ਸ਼ਰਾਬ ਨੂੰ ਤਾਂ ਛੱਡ ਦਈਏ, ਉਹਨਾਂ ਨੂੰ ਕੁਛ ਰਿਲੈਕਸੇਸ਼ਨ ਦੇ ਦੇ, ਛੋਟੀ ਇੰਡਸਟਰੀ ਨੂੰ, ਬੜੀ ਇੰਡਸਟਰੀ ਨੂੰ ਵੀ ਮਹੀਨੇ 2 ਮਹੀਨੇ ਬਾਅਦ ਤੁਸੀਂ ਪੇ ਕਰ ਦਿਓ। ਅਤੇ ਕਈ ਚੀਜ਼ਾਂ ਐਡਵਾਂਸ ਟੈਕਸਿਸ ਦੇਣੇ ਪੈਂਦੇ ਹੈ, ਉਹ ਹੁਣ ਬਾਅਦ 'ਚ ਲੈ ਲੈਣ। ਅਤੇ 3 ਮਹੀਨੇ 4 ਮਹੀਨੇ ਚਾਹੀਦੇ ਆ ਛੋਟੀ ਇੰਡਸਟਰੀ ਨੂੰ ਟੂ ਬਿਕਮ ਰੈਗੂਲਰ ਵਿਦ ਦੀ ਲੋਸਿਸ ਦੇ ਹੈਵ, ਜਿਹੜੇ ਕਿ ਆਲਰੇਡੀ ਹੋ ਚੁੱਕੇ। ਅਤੇ ਉਹ ਇਮੀਡੀਏਟਲੀ ਅਗਰ ਉਹਨੂੰ ਕਹੀਏ ਵੀ ਉਹ ਸਾਰਾ ਕੁਝ ਕਰ ਸਕਣਗੇ ਤਾਂ ਸ਼ਾਇਦ ਪੋਸੀਬਲ ਨਹੀਂ ਹੋਏਗਾ। ਅਤੇ ਹੋਰ ਤਾਂ ਗੌਰਮੈਂਟ ਕੀ ਕਰੇਗੀ, ਉਹਨਾਂ ਨੂੰ ਇਹੀ ਹੈ ਵੀ ਜੋ ਲੈਣਾ ਦੇਣਾ ਹੈ ਉਹਨਾਂ ਨੂੰ ਥੋੜ੍ਹੇ ਜਿਹੇ ਬੈਂਕਾਂ ਤੋਂ ਕੰਸੈਸ਼ਨ ਦਵਾ ਦੇਣ, ਵਿਆਜ ਨੋਰਮਲ ਚਾਰਜਿਸ ਹੋਣ ਔਰ ਉਹ ਡਿਲੇ ਹੋ ਜਾਣ 3-4 ਮਹੀਨੇ, ਫਿਰ ਤਾਂ ਇੰਡਸਟਰੀ ਸ਼ਾਇਦ ਖੜੀ ਹੋ ਜਾਏ, ਨਹੀਂ ਤਾਂ ਹੋਰ ਮੁਸ਼ਕਿਲਾਂ ਆਉਣਗੀਆਂ। ਹਾਂਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਰ ਸਾਡੇ ਨਾਲ ਮਿਸਟਰ ਗੁਪਤਾ ਜੀ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੇ ਕਾਰ ਉਦਯੋਗ ਦੀ ਗੱਲ ਕਰੀਏ ਤੇ ਕਾਰ ਦੀ ਰਿਟੇਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨੁਕਸਾਨ ਜਿਹੜੇ ਨੇ ਉਹ ਝੇਲਣੇ ਪਏ ਨੇ ਇਸ ਲੋਕਡਾਊਨ ਦੇ ਦੌਰਾਨ। ਪਰ ਹਾਲਾਂਕਿ ਜਿਹੜੀ ਸਰਕਾਰ ਹੈ ਉਹਨਾਂ ਨੇ ਇਹਨਾਂ ਦੇ ਕੁਝ ਸ਼ੋਰੂਮਸ ਨੂੰ ਜਿਹੜੀ ਹੈ ਸਰਵਿਸਿਜ਼ ਦੀ ਜਿਹੜੀ ਪਰਮਿਸ਼ਨ ਦੇ ਦਿੱਤੀ ਹੋਈ ਹੈ, ਜਿਹਦੇ ਵਿੱਚ ਸਿਰਫ ਸਰਵਿਸਿਜ਼ ਜਿਹੜੇ ਇਹਨਾਂ ਦੇ ਕਸਟਮਰਸ ਨੇ ਉਹਨਾਂ ਨੂੰ ਪ੍ਰੋਵਾਈਡ ਕਰਨਗੇ। ਪਰ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀਆਂ ਬਣਦੀਆਂ ਰਿਆਇਤਾਂ ਨੇ, ਚਾਹੇ ਉਹ ਬਿਜਲੀ ਦੇ ਬਿੱਲ ਦੇ ਵਿੱਚ ਹੋਣ ਜਾਂ ਫਿਰ ਹੋਰ ਟੈਕਸਿਸ
ਪ੍ਰਾਈਸਿਸ ਦੇ ਵਿੱਚੋਂ ਉਹ ਜਿਹੜੀਆਂ ਬਣਦੀਆਂ ਰਾਇਤਾਂ ਨੇ ਉਹ ਜ਼ਰੂਰ ਕਰਨ। ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਮੈਂ ਸਾਇਨ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ।